ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੇ ਉੱਤੇ ਕਰਦੇ ਹਾਂ ਚਰਚਾ ਤੇ ਮੇਰਾ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਪਾਉਂਦੇ ਹਾਂ ਫਤਿਹ ਦੀ ਸਾਂਝ ਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਕੱਲ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨੀਂਹ ਪੱਥਰ ਜਿਹੜਾ ਉਹ ਇਮਰਾਨ ਖਾਨ ਦੇ ਵੱਲੋਂ ਰੱਖਿਆ ਗਿਆ ਆ। ਇਸ ਕਦਮ ਨੂੰ ਕਿਵੇਂ ਵੇਖਦੇ ਹੋ? ਅਜੇ ਤਾਂ ਫਿਲਹਾਲ ਜ਼ਮੀਨ ਸ਼ਾਇਦ ਉਹਨਾਂ ਨੇ ਕਿਹਾ 10 ਏਕੜ ਦੇ ਵਿੱਚ ਯੂਨੀਵਰਸਿਟੀ ਜਿਹੜੀ ਉਹ ਬਣਾਈ ਜਾਏਗੀ। ਪਹਿਲੀ ਗੱਲ ਤਾਂ ਇਹ ਗੱਲ ਕਰੀਏ ਜੀ, ਜਿਹੜੀ ਉੱਥੇ ਜ਼ਮੀਨ ਦੀ ਗੱਲ, ਪਾਕਿਸਤਾਨ ਦੇ ਵਿੱਚ ਸਾਡੇ 178 ਸਥਾਨ ਨੇ ਜਿਹੜੇ ਸਿੱਖ ਧਾਰਮਿਕ ਸਥਾਨ ਨੇ, ਇਤਿਹਾਸਕ ਸਥਾਨ ਨੇ। ਉਹਨਾਂ ਦੇ ਕੋਲੇ 35,158 ਏਕੜ ਜ਼ਮੀਨ ਜਿਹੜੀ ਉਹ ਗੁਰਦੁਆਰਿਆਂ ਦੇ ਨਾਂ 'ਤੇ ਆ, ਜਿਹੜੀ ਕੁਛ ਰਾਏ ਬਲਾਰ ਨੇ ਲਾਈ, ਕੁਛ ਗੁਰੂ ਨਾਨਕ ਪਾਤਸ਼ਾਹ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹ ਉੱਥੋਂ ਦੇ ਬਣੇ ਨੇ, ਮਹਾਰਾਜੇ ਬਣੇ ਨੇ, ਉਹਨਾਂ ਨੇ ਵੱਖ-ਵੱਖ ਗੁਰਧਾਮਾਂ ਨਾਲ ਲਗਾਈ। ਜਿੱਥੋਂ ਤੱਕ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ ਅਸੀਂ, ਜਿਹੜੀ ਆ ਉਹ 20 ਪਿੰਡਾਂ ਦੀ ਜ਼ਮੀਨ ਜਿਹੜੀ ਹੈ 16,000 ਏਕੜ ਤੋਂ ਵੱਧ ਬਣਦੀ ਆ, ਜਿਹੜੀ ਗੁਰੂ ਸਾਹਿਬ ਦੇ ਨਾਂ 'ਤੇ ਜ਼ਮੀਨ ਹੈਗੀ ਆ। ਲੇਕਿਨ ਉਹ ਜ਼ਮੀਨ 'ਤੇ ਜਿਹੜੀ ਇਮਰਾਨ ਖਾਨ ਨੇ ਗੱਲ ਕਹੀ, ਵਾਕਿਆ ਹੀ ਕਬਜ਼ੇ ਹੋਏ ਨੇ, ਨਜਾਇਜ਼ ਕਬਜ਼ੇ ਹੋਏ ਨੇ, ਉਹ ਛੁਡਵਾਉਣੇ ਚਾਹੀਦੇ ਨੇ। ਉਹਨਾਂ ਦਾ ਜਿਹੜਾ 1947 ਦੇ ਵਿੱਚ ਲਗਾਨ ਕਰਨਾ ਸੀਗਾ, ਮੇਰੇ ਖਿਆਲ 16,000 ਜਗੀਰ ਦਾ, ਅਤੇ ਉਦੋਂ ਲੱਖਾਂ ਰੁਪਏ ਲਗਾਨ ਸੀ ਉਹਦਾ। ਲੱਖਾਂ ਰੁਪਏ ਉਸ ਟਾਈਮ 'ਤੇ ਹੁੰਦਾ ਸੀ ਉਸ ਜ਼ਮੀਨ ਦਾ ਜਿਹੜਾ ਸੀ ਲਗਾਨ ਹੁੰਦਾ ਸੀ ਜਿਹੜਾ। ਲੇਕਿਨ ਅੱਜ ਉਹ ਜ਼ਮੀਨ ਦੇ ਉੱਤੇ ਬਹੁਤੇ ਲੋਕਾਂ ਨੇ ਕਬਜ਼ੇ ਕੀਤੇ ਆ, ਜਿਹੜੇ ਪਹਿਲੀ ਗੱਲ ਤਾਂ ਲਗਾਨ ਦਿੰਦੇ ਨਹੀਂ, ਜੇ ਲੈਂਦੇ ਤਾਂ ਬਹੁਤ ਥੋੜ੍ਹਾ ਦਿੰਦੇ ਆ। ਲੇਕਿਨ ਉਹ ਜ਼ਮੀਨ ਕਿਸੇ ਦੇ ਚੜ੍ਹ ਨਹੀਂ ਸਕਦੀ। ਨਨਕਾਣਾ ਸਾਹਿਬ ਦੇ ਵਿੱਚ ਜੇ ਕੋਈ ਸਿੱਖ ਪਰਿਵਾਰ ਆ ਕੇ ਵਸਣ ਵਾਸਤੇ ਜਗ੍ਹਾ ਮੰਗਦਾ ਤਾਂ ਉਹਨੂੰ ਲੀਜ਼ 'ਤੇ ਮਿਲਦੀ ਆ, ਜਿਹੜੀ 90 ਸਾਲਾਂ ਵੀ ਲੈ ਲਓ, 50 ਸਾਲ ਲੀਜ਼ ਲੈ ਲਓ, ਕੋਈ ਜ਼ਮੀਨ ਕਿਸੇ ਨਾਲ ਰਜਿਸਟਰੀ ਨਹੀਂ ਹੋ ਸਕਦੀ। ਇਮਰਾਨ ਖਾਨ ਹੋਰਾਂ ਜਿਹੜਾ ਪ੍ਰੋਜੈਕਟ ਦੀ ਗੱਲ ਕੀਤੀ, ਉਹ 15 ਸਾਲ ਪੁਰਾਣਾ ਪ੍ਰੋਜੈਕਟ। ਇੱਕ ਵਾਰੀ ਤੇ ਇੱਕ ਮੁਸਲਿਮ ਅਧਿਕਾਰੀ ਨੇ ਇਹਦੀ ਜਿਹੜੇ ਸੀ ਬਦਲਤਾ ਸੀ ਕਿਸੇ ਹੋਰ ਜਗ੍ਹਾ ਦੇ ਉੱਤੇ, ਗੁਰੂ ਨਾਨਕ ਜਿਹੜੀ ਯੂਨੀਵਰਸਿਟੀ ਬਣਾਉਣੀ ਸੀਗੀ, ਅਤੇ ਕਾਫੀ ਰੌਲਾ ਪਿਆ ਸੀ। ਸਿੱਖਾਂ ਦੇ ਵਿੱਚ ਬਾਕੀ ਕੌਮਾਂ ਨਾਲੋਂ ਜਾਗਰਤੀ ਜ਼ਿਆਦੀ ਆ। ਮੈਂ ਇਹ ਸੋਚਦਾ ਵੀ ਜਦੋਂ ਵੀ ਕਿਸੇ ਸਿੱਖ ਨੂੰ ਜਾਂ ਗੁਰਧਾਮ 'ਤੇ ਕੋਈ ਸੰਕਟ ਆਉਂਦਾ ਵਾ, ਦੁਨੀਆ ਭਰ ਦੇ ਸਿੱਖ ਜਿਹੜੇ ਆ ਉਹ ਰੌਲਾ ਪਾਉਣਾ ਸ਼ੁਰੂ ਕਰਦੇ ਹੁੰਦੇ, ਅਤੇ ਫਿਰ ਸਰਕਾਰਾਂ ਨੂੰ ਮਜਬੂਰ ਹੋਣਾ ਪੈਂਦਾ। ਉਸ ਟਾਈਮ 'ਤੇ ਇਹਨਾਂ ਨੇ ਉੱਥੋਂ ਬਦਲਿਆ, ਸਾਨੂੰ ਜ਼ਮੀਨ ਨਹੀਂ ਹੈਗੀ, ਅਤੇ ਉਦੋਂ ਸਿੱਖਾਂ ਨੇ ਕਿਹਾ ਸੀ ਬਾਬਾ ਜੀ ਦੀ 16,000 ਏਕੜ ਤੋਂ ਵੱਧ ਜ਼ਮੀਨ ਆ ਉੱਥੇ, ਅਤੇ ਤੁਸੀਂ ਕਹਿਣ ਦਿਓ ਜ਼ਮੀਨ ਨਹੀਂ ਹੈਗੀ। ਇਹਨਾਂ ਨੇ ਫਿਰ ਸ਼ਿਫਟ ਕੀਤਾ ਸੀ ਇੱਥੇ ਆਪਣੇ ਨਨਕਾਣਾ ਸਾਹਿਬ। ਹੁਣ ਇਮਰਾਨ ਖਾਨ ਹੋਰਾਂ ਨੇ ਨੀਂਹ ਪੱਥਰ ਰੱਖਿਆ ਵਾ, 10 ਏਕੜ ਜ਼ਮੀਨ ਉਹਨਾਂ ਕੋਲ ਹੈਗੀ ਆ, 35 ਏਕੜ ਹੋਰ ਲੈਣੀ ਆ। ਉਹ ਜ਼ਮੀਨ ਦੀ ਕੋਈ ਕਮੀ ਨਹੀਂ, ਇਹ ਬੇਸ਼ੱਕ ਜੋ ਮਰਜ਼ੀ ਕਹੀ ਜਾਣ। ਜੇ ਜ਼ਮੀਨ 'ਤੇ ਨਜਾਇਜ਼ ਕਬਜ਼ੇ ਹੈਗੇ ਆ ਤਾਂ ਉਹ ਸਰਕਾਰ ਨੂੰ ਛਡਾਉਣੇ ਚਾਹੀਦੇ ਆ, ਅਤੇ ਬਾਬਾ ਜੀ ਦੇ ਗੁਰਦੁਆਰੇ ਨਾਲ ਲਵਾਉਣੇ ਚਾਹੀਦੇ ਆ। ਅਤੇ ਜੇ ਲਗਾ ਕੇ ਉਹ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਬਣਾਈ ਜਾਂਦੀ ਆ, ਉੱਥੇ ਬੱਚੇ ਕਿਹਨਾਂ ਦੇ ਪੜ੍ਹਨੇ ਆ? ਉਹ ਸਿਰਫ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਯੂਨੀਵਰਸਿਟੀ ਆ, ਵਿਸ਼ਵ ਵਿਦਿਆਲਾ ਬਣੇਗਾ। ਲੇਕਿਨ ਉਹਨਾਂ ਨੇ ਇੰਨੀ ਗੱਲ ਕੀ ਇਮਰਾਨ ਖਾਨ ਹੋਰਾਂ ਨੇ ਵੀ ਅਸੀਂ ਇਹਨੂੰ ਦੁਨੀਆ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਸ਼ਾਮਿਲ ਕਰਾਂਗੇ। 258 ਕਰੋੜ ਦਾ ਜਿਹੜਾ ਮੁੱਢ 'ਚ ਲੱਗਣਾ ਵਾ, ਅਤੇ ਜਿਹੜਾ 500 ਕਰੋੜ ਦਾ ਪ੍ਰੋਜੈਕਟ ਟੋਟਲ ਉਹਨਾਂ ਦਾ ਹੈਗਾ। 258 ਕਰੋੜ ਦਾ ਮਤਲਬ ਵੀ 1 ਸਾਲ ਦੀ ਕਮਾਈ ਜਿਹੜੀ ਕਰਤਾਰਪੁਰ ਲਾਂਘੇ ਦੀ ਆ ਉੱਥੇ ਲੱਗੇਗੀ, ਅਤੇ 2 ਸਾਲ ਦੀ ਕਮਾਈ 'ਚੋਂ ਪੂਰਾ ਕੰਪਲੀਟ ਹੋ ਜਾਏਗਾ। ਅਤੇ ਇਸ ਕਰਕੇ ਉਹ ਯੂਨੀਵਰਸਿਟੀ ਦਾ ਅਸੀਂ ਧੰਨਵਾਦ ਕਰਨੇ ਇਮਰਾਨ ਖਾਨ ਹੋਰਾਂ ਦਾ। 15 ਸਾਲ ਪੁਰਾਣਾ ਪ੍ਰੋਜੈਕਟ ਸੀ, ਜਿਹਦਾ ਨੀਂਹ ਪੱਥਰ ਜੀ ਉਹਨਾਂ ਰੱਖ ਦਿੱਤਾ, ਅਤੇ ਉਹ ਸ਼ੁਰੂ ਵੀ ਹੋ ਜਾਏਗਾ। ਇਹ ਨਾਲ ਅਗਲੇ ਫਿਰ ਅਸੀਂ ਗੱਲ ਕਰਾਂਗੇ ਜੇ ਗੁਰਦੁਆਰਾ ਨਨਕਾਣਾ ਸਾਹਿਬ ਆ, ਉਹਦੀ ਵੀ ਕਾਰਸਾ 1947 ਜਿਹੜੀ ਸ਼ੁਰੂ ਹੋਣੀ ਸੀ, ਨਹੀਂ ਹੋ ਸਕੀ, ਉਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਇਸ ਕਰਕੇ ਇੱਕ ਵਾਰੀ ਫਿਰ ਅਸੀਂ ਜਿਹੜੀ ਇਮਰਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਕਰਤਾਰਪੁਰ ਲਾਂਘੇ ਦੇ ਉੱਤੋਂ ਬਾਅਦ ਜਿਹੜਾ ਇਹ ਪਹਿਲਾ ਕੰਮ ਕੀਤਾ, ਬੜਾ ਚੰਗਾ ਕੀਤਾ ਵਾ। ਔਰ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਸਿੱਖ ਚੈਨਲ ਪਹਿਲਾਂ ਵੀ ਕਹਿ ਚੁੱਕਾ ਵਾ ਵੀ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਉਮੀਦ ਆ ਵੀ ਹੋਰ ਵੀ ਲਾਂਘੇ ਖੁੱਲ੍ਹਣਗੇ, ਅਤੇ ਇਹ ਦੂਸਰਾ ਵੱਡਾ ਕੰਮ ਇਮਰਾਨ ਸਰਕਾਰ ਨੇ ਕੀਤਾ ਵਾ। ਅਸੀਂ ਧੰਨਵਾਦੀ ਜੀ ਉਹਨਾਂ ਦੇ। ਪੱਟੀ ਸਾਹਿਬ, ਜਿਹੜਾ ਸਮਝੌਤਾ ਸਹੀ ਬੰਦ ਹੋਇਆ ਆ, ਉਹਦੇ ਵਿੱਚ ਕਿਹੜੀਆਂ ਸ਼ਰਤਾਂ ਜਿਹੜੀਆਂ ਉਹ ਰੱਖੀਆਂ ਗਈਆਂ ਸੀ? $20 ਦੀ ਫੀਸ ਦੀ ਗੱਲ ਨੂੰ ਛੱਡ ਕੇ ਹੋਰ ਗੱਲਾਂ ਜਿਹੜੀਆਂ ਕੀ ਕੀਤੀਆਂ? ਕਿੰਨੇ ਸ਼ਰਧਾਲੂ ਜਾਣਗੇ? ਕੀ ਹਿਸਾਬ ਕਿਤਾਬ ਕੀਤਾ ਗਿਆ? ਪਹਿਲੇ ਫੇਸ 'ਚ ਗੱਲ ਹੋਈ ਸੀ ਅਸੀਂ 500 ਸ਼ਰਧਾਲੂ ਸੰਭਾਲ ਸਕਦੇ ਹਾਂ ਜੀ, ਲੇਕਿਨ ਇੰਡੀਆ ਵਾਲਿਆਂ ਨੇ ਆਖਿਆ ਸੀ ਵੀ ਨਹੀਂ 5,000। ਫਿਰ ਉੱਥੋਂ ਦੀ ਸਰਕਾਰ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ 5,000 ਆ ਜਾਓ। ਅਤੇ 11 ਮਹੀਨਿਆਂ ਦੇ ਵਿੱਚ ਜਿੰਨੀ ਉਹਨਾਂ ਨੇ ਉੱਥੇ ਮਿਹਨਤ ਕੀਤੀ ਆ, 24 ਆਵਰ 'ਚ ਕੰਮ ਚੱਲਦਾ ਰਿਹਾ। ਕੰਮ ਚੱਲਣ ਤੋਂ ਬਾਅਦ ਉੱਥੇ ਟੋਟਲ ਉਹਨਾਂ ਨੇ 800 ਏਕੜ ਜ਼ਮੀਨ ਖਰੀਦੀ। 800 ਏਕੜ ਦੇ ਵਿੱਚੋਂ 444 ਏਕੜ ਜ਼ਮੀਨ ਜਿਹੜੀ ਆ ਉਹ ਲਾਂਘੇ ਨਾਲ ਸੰਬੰਧਿਤ ਹੈ।
ਬਾਕੀ ਜ਼ਮੀਨ ਤੇ ਖੇਤੀਬਾੜੀ ਕਰਨਗੇ ਜੋ ਕੁਛ ਕਰਨਗੇ। ਇਹਦੇ ਵਿੱਚੋਂ ਤੁਸੀਂ ਲੈ ਲਓ ਜਿਹੜੇ 444 ਏਕੜ ਆ, ਇਹਦੇ ਵਿੱਚੋਂ 104 ਏਕੜ ਉਹ ਆ ਜਿੱਥੇ ਬਾਬਾ ਜੀ ਖੇਤੀ ਕਰਦੇ ਸੀਗੇ। ਇਹਦੇ ਵਿੱਚੋਂ 42 ਏਕੜ ਤੇ ਗੁਰਦੁਆਰਾ ਤੋਂ ਉਹਦਾ ਕੰਪਲੈਕਸ ਸਾਰਾ ਉਸਾਰਿਆ ਗਿਆ ਵਾ। ਉਹਦੇ ਵਿੱਚ ਲੰਗਰ ਹਾਲ ਵੀ ਆ, ਉਹ 'ਚ ਸਰਾਂ ਵੀ ਆ, ਉਹਦੇ ਮੰਜੀ ਸਾਹਿਬ ਵੀ ਆ, ਉਹਦੇ ਦਰਬਾਰ ਵੀ ਆ, ਉਹਦੇ ਵਿੱਚ ਕੋਰਟ ਯਾਰਡ ਵੀ ਆ, ਉਹਦੇ ਵਿੱਚ ਫੁਲਵਾੜੀ ਵੀ ਆ, ਸਭ ਕੁਛ ਲਾਇਆ ਗਿਆ ਉਹਨਾਂ ਨੇ ਉੱਥੇ। ਉਹਨਾਂ ਨੇ ਕਿ ਉਹਨਾਂ ਦਾ ਇਹ ਜਿਹੜਾ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਭਾਵੇਂ ਹਾਲ ਦੀ ਘੜੀ ਅੱਜ ਦੀ ਡੇਟ ਜਿਹੜੇ ਕਰਤਾਰਪੁਰ ਲੰਘ ਤੇ ਲੋਕ ਇੰਡੀਆ ਵਾਲੇ ਪਾਸੇ ਜਾਣਗੇ, ਉਹ ਸਿਰਫ ਤੇ ਸਿਰਫ ਸਵੇਰੇ ਜਾਣਗੇ ਤੇ ਸ਼ਾਮੀ ਵਾਪਸੀ। ਪੌ ਫਟਾਲੇ ਦਾ ਸ਼ੁਰੂ ਹੋਊਗਾ ਤੇ ਸੂਰਜ ਡੁੱਬਣ ਤੇ ਉਹ ਸਮਾਪਤੀ ਵਾਪਸ ਆਉਣਾ ਪਊਗਾ ਤੁਹਾਨੂੰ। ਇਸ ਕਰਕੇ ਜਿਹੜੇ ਬਾਹਰ ਦੇ ਲੋਕ ਆਉਣਗੇ, ਅਮਰੀਕਾ ਦੇ ਆਉਣਗੇ, ਕੈਨੇਡਾ ਦੇ ਆਉਣਗੇ, ਪਾਕਿਸਤਾਨ ਦੇ ਆਉਣਗੇ, ਉਹ ਵੀ 2-3 ਹਜ਼ਾਰ ਬੰਦਾ ਉੱਥੇ ਆ ਜਾਣਾ। ਉਹਨਾਂ ਨੇ ਕਿਹਾ ਵੀ ਅਸੀਂ 8000 ਬੰਦੇ ਦਾ ਡੇਲੀ ਲੰਗਰ ਦਾ ਪ੍ਰਬੰਧ ਕਰਾਂਗੇ। ਇਹ ਸਾਰਾ ਜਿਹੜਾ ਫ੍ਰੀ ਕਰਾਂਗੇ ਅਸੀਂ 10 ਦਿਨ ਵਾਸਤੇ। 10 ਦਿਨ ਤੋਂ ਬਾਅਦ ਮੁੜ ਕੇ ਇਹ ਮੇਲਾ ਖਤਮ ਹੋ ਜਾਏਗਾ ਜਦੋਂ, ਉਸ ਤੋਂ ਬਾਅਦ ਲੰਗਰ ਫਿਰ ਜਿਹੜੀਆਂ ਸੰਗਤਾਂ ਆਪਣੇ ਲੈਵਲ ਤੇ ਬੰਦੋਬਸਤ ਕਰ ਲੈਣਗੀਆਂ। ਹੋ ਸਕਦਾ ਵਧਾ ਵੀ ਦੇਣ, ਸਰਕਾਰ ਦੀ ਮਰਜ਼ੀ ਉੱਤੇ। ਅਗਲੀ ਗੱਲ ਆਪਾਂ ਗੱਲ ਕਰਾਂਗੇ ਵੀ ਇਹਦੇ ਵਿੱਚੋਂ ਜਿਹੜਾ 104 ਏਕੜ ਆ, 42 ਏਕੜ ਇਹਨਾਂ ਨੇ ਕੀਤਾ ਵੀ ਇਹਦੇ ਵਿੱਚ ਜਿਹੜਾ ਅਸੀਂ ਦਰਬਾਰ ਉਸਾਰਿਆ, ਕੋਰਟ ਯਾਰਡ ਬਣਾਇਆ, ਲੰਗਰ ਬਣਾਇਆ, ਇੱਕ ਮਿਊਜ਼ੀਅਮ ਬਣਾਇਆ, ਇੱਕ ਸਰਾਂ ਬਣਾਈ। ਜੇ ਸਰਾਂ ਦੇ ਵਿੱਚ 1000 ਤੋਂ ਲੈ ਕੇ 1500 ਬੰਦਾ ਠਹਿਰ ਸਕਦਾ ਵਾ ਤੇ ਵੱਡੀ ਵੱਡੀ ਸਰਾਂ ਹੋਊਗੀ। ਉਹ ਦਰਬਾਰ ਦੇ ਬਿਲਕੁਲ ਨਾਲ ਬਣਾਈ ਉਹਨਾਂ ਨੇ, ਸਰੋਵਰ ਬਣਾਇਆ ਉੱਥੇ। ਇਹ ਚੀਜ਼ਾਂ ਬਣਾਉਣ ਤੋਂ ਬਾਅਦ ਉਹਨਾਂ ਕੀਤਾ 26 ਏਕੜ ਦੇ ਵਿੱਚ ਬਾਗ ਲਾਉਣਗੇ। ਉਹ ਬਾਗ ਦੇ ਵਿੱਚ ਨਾਲ ਹੀ ਸਬਜ਼ੀ ਲਾਈ ਜਾਊਗੀ ਤੇ 36 ਏਕੜ ਦੇ ਵਿੱਚ ਜਿਹੜੀ ਆ ਉਹਨਾਂ ਨੇ ਖੇਤੀਬਾੜੀ ਕਰਨੀ, ਜਿੱਥੇ ਕਣਕ ਵਗੈਰਾ ਉਗਾ ਕੇ ਤੇ ਉਹ ਲੰਗਰ 'ਚ ਵਰਤੀ ਜਾਏਗੀ ਤੇ ਉਹ ਬਿਲਕੁਲ ਆਰਗੈਨਿਕ ਹੋਏਗੀ। ਉਹਨੂੰ ਕੋਈ ਕਿਸਮ ਦੀ ਖਾਦ ਨਹੀਂ ਪਾਈ ਜਾਏਗੀ। ਤੇ ਬਾਬੇ ਦਾ ਜਿਹੜਾ ਅਸਲੀ ਪ੍ਰੋਜੈਕਟ ਸੀ ਉਹ 114 ਏਕੜ ਦੇ ਵਿੱਚ ਚੱਲੇਗਾ ਪੂਰਾ। ਇਹ ਉਹਨਾਂ ਪੂਰੀ ਫੁੱਲ ਤਿਆਰੀ ਕਰ ਲਈ ਹੈ ਜੀ। ਪੱਟੀ ਸਾਹਿਬ, ਗੱਲ ਕਰੀਏ ਲਾਂਘਾ ਖੁੱਲ੍ਹਣ ਜਾ ਰਿਹਾ ਆ, ਹੁਣ ਸੰਗਤਾਂ ਨੇ ਜਿਹੜਾ ਆ ਵੱਡੀ ਗਿਣਤੀ ਦੇ ਵਿੱਚ ਜਾਣਾ ਹੈ। ਕੁਝ ਇਹ ਵੀ ਸਵਾਲ ਉੱਠ ਰਿਹਾ ਆ ਕਿ ਉੱਥੇ ਜ਼ਿਆਦਾ ਕੰਕਰੀਟ ਦੀਆਂ ਬਿਲਡਿੰਗਾਂ ਨਾ ਬਣਾਈਆਂ ਜਾਣ, ਕੁਦਰਤ ਦੇ ਨਾਲ ਉਸ ਗੁਰਦੁਆਰਾ ਸਾਹਿਬ ਨੂੰ ਜੁੜਿਆ ਰਹਿਣ ਦਿੱਤਾ ਜਾਵੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਖੇਤੀ ਕੀਤੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ 4 ਏਕੜ 'ਚ ਗੁਰਦੁਆਰਾ ਬਣਿਆ ਸੀ ਉਹਨੂੰ 42 ਏਕੜ 'ਚ ਕੀਤਾ। ਕਿਉਂ ਕੀਤਾ ਗਿਆ? 4 ਏਕੜ ਸਿਰਫ ਗੁਰਦੁਆਰਾ ਸੀਗਾ। ਹੁਣ ਉਹ ਇੱਕ ਚਾਹੁੰਦੇ ਉਹਨੂੰ ਮੈਟਰੋਪੋਲੀਟਨ ਸਿਟੀ ਬਣਾਉਣਾ ਚਾਹੁੰਦੇ ਆ, ਜਿਹੜੀ ਪਾਕਿਸਤਾਨ ਸਰਕਾਰ ਦਾ ਸੁਪਨਾ ਵਾ। ਉਹਦੇ ਵਿੱਚ ਚਾਹੁੰਦੇ ਵੀ 104 ਏਕੜ ਤੁਸੀਂ ਕਰ ਦਿੱਤਾ, ਇਹਦੇ ਨਾਲ 102 ਏਕੜ 105 ਏਕੜ ਸੀ ਹੋਰ ਦਿਆਂਗੇ, ਸੌਰੀ 120 ਏਕੜ ਹੋਰ ਦਿਆਂਗੇ। ਉਸ 120 ਏਕੜ ਦੇ ਵਿੱਚ ਉਹਦੇ 'ਚ ਹੋਟਲ ਉਸਾਰੇ ਜਾਣਗੇ, ਉਹ 'ਚ ਪਾਰਕ ਬਣਾਏ ਜਾਣਗੇ, ਉਹਦੇ ਵਿੱਚ ਜੋ ਹੋਰ ਕਮਰਸ਼ੀਅਲ ਜਿਹੜੀਆਂ ਉਹ ਦੁਕਾਨਾਂ ਬਣਾਈਆਂ ਜਾਣਗੀਆਂ, ਉਹ ਸਾਰਾ ਉਸਾਰਿਆ ਜਾਏਗਾ। ਜਿਹੜਾ ਇਸ ਵੇਲੇ ਜਦ ਕੀਤਾ ਕੰਮ ਉਹ ਸਾਰਾ ਸਰਕਾਰ ਨੇ ਆਪਣੇ ਲੈਵਲ 'ਤੇ ਕੀਤਾ। ਉਹ ਮੈਂ ਜਿਹੜੇ ਆਤਿਸ਼ ਮਜੀਦ ਆ ਉਹ ਕਹਿ ਰਹੇ ਸੀ, ਮੈਂ ਸੁਣਿਆ ਸੀ ਕਿਤੇ ਉਹਨਾਂ ਨੂੰ, ਉਹ ਕਹਿਣ ਲੱਗੇ ਵੀ ਅਸੀਂ ਵੇਖੋ ਜੀ ਪਾਕਿਸਤਾਨ ਦੀ ਕੋਈ ਮਾਇਨ ਨਹੀਂ ਛੱਡੀ ਜਿੱਥੋਂ ਅਸੀਂ ਚਿੱਟਾ ਸੰਗਮਰ ਨਾਲ ਲਿਆਂਦਾ ਹੋਵੇ, ਅਤੇ ਚਿੱਟਾ ਸੰਗਮਰ ਵਧੀਆ ਸੰਗਮਰ ਲੈ ਕੇ ਲਾਇਆ ਅਸੀਂ ਇੱਥੇ। ਜਿਹੜੇ 120 ਏਕੜ ਬਾਅਦ 'ਚ ਬਣਨੀ ਹੈ, ਜਿਹੜੀ ਹੁਣ ਤੱਕ ਕੀਤਾ ਵਾ ਉਹਦੇ ਵਿੱਚ ਸਾਰਾ ਸਰਕਾਰ ਨੇ ਖਰਚਾ ਕੀਤਾ ਵਾ। 120 ਏਕੜ ਦੇ ਵਿੱਚ ਜਿਹੜੇ ਕਮਰਸ਼ੀਅਲ ਸੈਂਟਰ ਬਣਨੇ ਆ, ਹੋਟਲ ਬਣਨੇ ਆ, ਉੱਥੇ ਉਹਨਾਂ ਕਿ ਸਿੱਖ ਵੀਰ ਜੇ ਚਾਹੁਣਗੇ ਇੱਥੇ ਆਪਣੇ ਆ ਕੇ ਐਸਟੈਬਲਿਸ਼ ਕਰਨ ਦੇ, ਕੋਈ ਹੋਟਲ ਬਣਾਉਣਾ ਚਾਹੁਣਗੇ, ਅਸੀਂ ਉਹਨਾਂ ਨੂੰ ਇਜਾਜ਼ਤ ਦੇਵਾਂਗੇ। ਉਹ ਆ ਕੇ ਇਸੇ ਸੇਵਾ ਕਰਨੀ, ਸੇਵਾ ਵੀ ਕਰ ਸਕਦੇ, ਆਪਣੇ ਹੋਟਲ ਵੀ ਬਣਾ ਸਕਦੇ ਆ। ਅਸੀਂ ਉਹਨੂੰ ਬਹੁਤ ਤਕੜਾ ਵਧੀਆ ਸ਼ਹਿਰ ਬਣਾਉਣਾ ਚਾਹੁੰਦੇ ਕਰਤਾਰਪੁਰ ਨੂੰ। ਇੱਕ ਮਤਲਬ ਜੇ ਮੈਟਰੋਪੋਲੀਟਨ ਸਿਟੀ ਬਣਾਉਣਾ ਚਾਹੁੰਦੇ ਤਾਂ ਫਿਰ ਬਹੁਤ ਵੱਡਾ ਪ੍ਰੋਜੈਕਟ ਆ, ਫਿਰ ਤਾਂ 800 ਨੂੰ ਗੁਜ਼ਾਰਾ ਨਹੀਂ ਹੋਣਾ। ਉਹਨਾਂ ਦਾ ਮਤਲਬ ਵੀ ਇੱਥੇ ਇੱਕ ਕਲੋਨੀ ਵੀ ਬਣਾਈ ਜਾਵੇ, ਇੱਥੇ ਇੱਕ ਸ਼ਹਿਰ ਵਸਾਇਆ ਜਾਵੇ ਐਡਾ ਵੱਡਾ ਵੀ ਬਾਹਰੋਂ ਆ ਕੇ ਲੋਕ ਵੀ ਇੱਥੇ ਲੈ ਕੇ ਆਨੰਦ ਮਾਣ ਸਕਣ। ਉਹਨਾਂ ਕਿਹਾ ਵੀ ਸਾਡੇ ਵਾਸਤੇ ਇੱਕ ਚੈਲੰਜ ਸੀ, ਰਾਵੀ ਦੇ ਉੱਤੇ ਅਸੀਂ 1 ਕਿਲੋਮੀਟਰ ਪੁਲ ਬਣਾਉਣਾ ਸੀਗਾ, ਉਹ ਚੈਲੰਜ ਸੀ। ਉਹ 11 ਮਹੀਨੇ ਦੇ ਸਮੇਂ 'ਚ ਨਹੀਂ ਸੀ ਬਣ ਸਕਦਾ, ਲੇਕਿਨ ਅਸੀਂ ਮਿਹਨਤ ਕਰਕੇ ਉਹਦੇ 'ਤੇ ਪੂਰੀ ਮਿਹਨਤ ਕੀਤੀ, 24 ਘੰਟੇ ਕੰਮ ਕੀਤਾ, ਉਹ ਪੁਲ ਵੀ ਬਣ ਗਿਆ ਵਾ। ਅਗਲੀ ਗੱਲ ਉਹਨਾਂ ਕਹੀ, ਜਦੋਂ ਤੁਸੀਂ ਬਾਰਡਰ ਕ੍ਰਾਸ ਕਰੋਗੇ, ਇਮੀਗ੍ਰੇਸ਼ਨ ਜਾਓਗੇ, ਆਪਣੀ ਇਮੀਗ੍ਰੇਸ਼ਨ ਕਰਾਓਗੇ, ਤੁਸੀਂ ਜਿਹੜੀਆਂ ਬੱਸਾਂ ਖੜੀਆਂ ਹੋਣਗੀਆਂ 2x2 ਸੀਟਾਂ ਵਾਲੀਆਂ, ਉਹਦੇ ਵਿੱਚ ਜਿਹੜੇ ਅੰਗਹੀਣ ਉਹਨਾਂ ਵਾਸਤੇ 6 ਸੀਟਾਂ ਦਾ ਪ੍ਰਬੰਧ ਕੀਤਾ ਜਾਊਗਾ। ਨਾਲ ਵੀਲ ਚੇਅਰ ਹੋਊਗੀ ਵੀ ਤੁਹਾਨੂੰ ਇਹ ਤਕਲੀਫ ਨਾ ਹੋਵੇ ਵੀ ਤੁਸੀਂ ਬੱਸ ਤੋਂ ਜੇ ਉਤਰੇ ਹੋ ਅਤੇ ਗਾਂ ਤੁਸੀਂ ਅੱਗੇ ਜਾਣਾ ਤਾਂ ਤੁਸੀਂ ਤੁਰ ਨਹੀਂ ਸਕਦੇ, ਤੁਹਾਨੂੰ ਵੀਲ ਚੇਅਰ 'ਤੇ ਬਿਠਾ ਕੇ ਲਿਜਾਇਆ ਜਾਊਗਾ। ਇਸ ਕਰਕੇ ਉਹਨਾਂ ਪੂਰੇ ਪ੍ਰਬੰਧ ਕੀਤੇ ਆ। ਨਾਲ ਉਹਨਾਂ ਕਮਰਸ਼ੀਅਲ ਸੈਂਟਰ ਵੀ ਬਣਾ ਦਿੱਤਾ, ਫੈਂਸਿੰਗ ਵੀ ਲਾਤੀ ਵੀ ਇਸ ਨੂੰ ਅੱਗੇ ਤੁਸੀਂ ਨਹੀਂ ਜਾ ਸਕਦੇ, ਇੱਥੇ ਤੁਸੀਂ ਜਿਹੜੇ ਇੰਡੀਆ ਵਾਲੇ ਪਾਸੇ ਜਾਣਗੇ ਇੱਥੋਂ ਜਾ ਸਕਦੇ ਹੋ, ਗਾਂ ਨਹੀਂ ਜਾ ਸਕਦੇ। ਲੇਕਿਨ ਜਿਹੜੇ ਵਿਦੇਸ਼ੀ ਸਿੱਖ ਹੋਣਗੇ ਜਾਂ ਜਿਹੜੇ ਵਾਹਗਾ ਸਰਹੱਦ ਨਹੀਂ ਆਉਣਗੇ, ਉਹ ਰਾਤ ਉੱਥੇ ਰਹਿ ਸਕਣਗੇ। ਜਿਹੜੇ ਉੱਥੇ ਇੱਕ ਦਿਨ ਵਾਸਤੇ ਜਾਣਗੇ ਇੱਥੋਂ ਕਰਤਾਰਪੁਰ ਲੰਘੇ ਤੋਂ, ਉਹ ਨਹੀਂ ਰਹਿ ਸਕਣਗੇ। ਰਾਤ ਰਹਿਣ ਵਾਸਤੇ ਉੱਥੇ ਕੋਈ ਖਾਸ ਪ੍ਰਬੰਧ ਕੀਤੇ ਗਏ ਆ? ਬਿਲਕੁਲ ਜੀ, ਬਿਲਕੁਲ। ਤੁਹਾਨੂੰ कहता ਜੀ 1000 ਤੋਂ ਲੈ ਕੇ 1500 ਯਾਤਰੀ ਨੂੰ ਸਰਾਂ ਬਣਾਤੀ, ਗੱਦੇ ਵੀ ਲੈ ਆਉਂਦੇ ਆ, ਬੈੱਡ ਵੀ ਲੈ ਆਉਂਦੇ ਆ, ਨਾਲ ਲੈਟਰਨ ਬਾਥਰੂਮ ਹੈ।
ਉਹਦੇ ਵਿੱਚ 50 ਲੈਟਰਨ ਬਾਥਰੂਮ ਜਿਹੜੇ ਸਾਡੇ ਜਾਣੇ ਹੁਣ ਲਾਂਘਾ 'ਚ ਜਾਣਾ 50 ਲੈਟਰਨ ਬਾਥਰੂਮ ਬਣਾਇਆ ਲੇਡੀਜ਼ ਵਾਸਤੇ ਤੇ 50 ਬਣਾਇਆ ਤੁਹਾਡੇ ਆਪਣੇ ਜੈਂਟਸ ਵਾਸਤੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਟੈਂਟ ਸਿਟੀ ਸਾਡਾ ਬਣ ਰਿਹਾ ਕਰਤਾਰਪੁਰ ਵਾਲੇ ਪਾਸੇ, ਟੈਂਟ ਸਿਟੀ ਪਾਕਿਸਤਾਨ 'ਚ ਬਣਾਇਆ ਜਾ ਰਿਹਾ, ਉੱਥੇ ਟੈਂਟ ਵਿਲੇਜ ਬਣਾਇਆ ਜਾ ਰਿਹਾ। ਉਹ ਟੈਂਟ ਵਿਲੇਜ ਬਣਾ ਕੇ ਮਤਲਬ ਵੀ ਉਹਦੇ ਵਿੱਚ ਜਿਹੜੇ ਸਾਡੇ ਸ਼ਰਧਾਲੂ ਜ਼ਿਆਦਾ ਆਉਣਗੇ, ਜਿਹੜੇ ਇੱਥੇ 10,000 ਰੱਖਿਆ ਟੀਚਾ ਵੀ 10,000 ਆਉਣੇ ਇੱਥੇ ਬੰਦੇ, ਉਹਨਾਂ ਨੂੰ ਅਸੀਂ ਟੈਂਟ ਵਿਲੇਜ ਠਹਿਰਾਵਾਂਗੇ। ਉੱਥੇ ਵੀ 300 ਦੇ ਕਰੀਬ ਟੈਂਪਰੇਰੀ ਲੈਟਰਨ ਤੇ ਬਾਥਰੂਮ ਬਣਾ ਦਿੱਤੇ ਗਏ ਨੇ। ਭੱਟੀ ਸਾਹਿਬ, ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਹੋ, ਗੁਰਦੁਆਰਾ ਸਾਹਿਬ ਦੇ ਬਾਰੇ 'ਚ ਦੱਸ ਰਹੇ ਹੋ ਕਿ ਗੁਰਦੁਆਰਾ ਸਾਹਿਬ ਜਿਹੜਾ 4 ਏਕੜ ਤੋਂ ਜਿਹੜਾ ਆ ਉਹ ਰਕਬਾ ਜਿਹੜਾ ਉਹ ਵਧਾ ਦਿੱਤਾ ਗਿਆ ਆ, ਇਸ ਹਿਸਾਬ ਨਾਲ ਤੇ ਕਰਤਾਰਪੁਰ ਸਾਹਿਬ ਜਿਹੜਾ ਆ ਉਹ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡੇ ਗੁਰਦੁਆਰੇ ਦੇ ਰੂਪ 'ਚ ਸਾਹਮਣੇ ਆ ਗਿਆ। ਬਿਲਕੁਲ ਜੀ ਬਿਲਕੁਲ, ਉਹਨਾਂ ਕਿਹਾ ਜੀ ਇਹ ਇਤਿਹਾਸਕ ਗੁਰਦੁਆਰਾ ਹੋਏਗਾ ਤੇ ਸਭ ਤੋਂ ਵੱਡਾ ਗੁਰਦੁਆਰਾ ਬਣੇਗਾ, ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹਦਾ ਕੋਟ ਜਿਹੜੀ 660 ਬਾਈ 60 ਬਾਈ ਆ, ਐਡਾ ਵੱਡਾ ਕੋਟ ਜਿਹੜਾ ਬਣਾਇਆ ਉਹਨਾਂ ਨੇ, ਤਾਂ ਆਪੇ ਵੱਡਾ ਬਣੇਗਾ। ਲਾਂਘੇ ਤੋਂ ਲੈ ਕੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਪੈਦਲ ਜਾਣਾ ਚਾਹੁੰਦੇ ਉਹਦੇ ਵਾਸਤੇ ਪਗਡੰਡੀ ਵੱਖਰੀ ਬਣਾਈ ਅਸੀਂ, ਜੇ ਤੁਸੀਂ ਬੱਸ 'ਤੇ ਜਾਣਾ ਚਾਹੁੰਦੇ ਵਾਸਤੇ ਸੜਕ ਵੱਖਰੀ ਬਣਾਈ ਅਸੀਂ, ਵੀ ਤੁਹਾਨੂੰ ਇਹ ਵੀ ਨਾ ਹੋਵੇ ਵੀ ਸੜਕ ਉਸੇ ਸੜਕ 'ਤੇ ਤੁਸੀਂ ਜਾ ਰਹੇ ਹੋ, ਉਸ ਸੜਕ 'ਤੇ ਬੱਸ ਚੱਲ ਰਹੀ, ਉਹ ਨਹੀਂ ਹੋਏਗਾ। ਉਹਦੇ ਵਾਸਤੇ ਤੁਸੀਂ ਪੈਦਲ ਜਾ ਸਕਦੇ ਹੋ, ਸਤਨਾਮ ਵਾਹਿਗੁਰੂ ਤੋਂ ਜਾਪ ਕਰ ਸਕਦੇ ਹੋ, ਜੋੜਾ ਘਰ ਬਣਿਆ ਜਾ ਕੇ ਸਰੋਵਰ ਇਸ਼ਨਾਨ ਕਰ ਸਕਦੇ ਹੋ। ਸਰੋਵਰ 'ਚ ਇਸ਼ਨਾਨ ਕਰਨ ਤੋਂ ਪਹਿਲਾਂ ਤੁਸੀਂ ਬਾਥਰੂਮ 'ਚ ਕਰਨਾ, ਬਾਥਰੂਮ ਇਸ਼ਨਾਨ ਕਰ ਸਕਦੇ ਹੋ, ਫਿਰ ਸਰੋਵਰ 'ਚ ਕਰ ਲਓ ਤੁਸੀਂ, ਫਿਰ ਮੱਥਾ ਟੇਕ ਸਕਦੇ ਹੋ। ਉਹਨਾਂ ਨੇ ਜਿਹੜੀ ਉਹ ਦੀਵਾਨੇ ਸਥਾਨ ਤੇ ਉਹ ਕਹਿੰਦੇ ਇਬਾਦਤ ਸਥਾਨ, ਆਪਣਾ ਮੰਜੀ ਸਾਹਿਬ ਦੇ ਦਰਬਾਰ ਸਾਹਿਬ ਕਹਿੰਦੇ ਆ, ਉਹ ਦੀਵਾਨੇ ਸਥਾਨ ਕਹਿੰਦੇ ਆ ਜਿੱਥੇ ਦਰਬਾਰ ਸਾਹਿਬ ਮੱਥਾ ਟੇਕਣਾ, ਜਿੱਥੇ ਇਬਾਦਤ ਉਹਨੂੰ ਕਿ ਮੰਜੀ ਸਾਹਿਬ ਕਹਿੰਦੇ ਉਹਨੂੰ ਦੀਵਾਨੇ ਇਬਾਦਤ ਕਹਿੰਦੇ ਹੋ, ਇਬਾਦਤ ਸਥਾਨ ਕਹਿੰਦੇ ਉਹਨੂੰ। ਇਸ ਕਰਕੇ ਉਹਦੇ ਸਾਰੇ ਪ੍ਰਬੰਧ ਉਹਨਾਂ ਕੀਤੇ ਨੇ, ਉਹਨਾਂ ਨੇ ਕੋਈ ਪ੍ਰਬੰਧ ਨਹੀਂ ਛੱਡਿਆ। ਫਿਰ ਵੀ ਅੱਜ ਉਹ ਮਜ਼ੀਦ ਆਤਿਸ਼ਬਾਜ਼ੀ ਕਰ ਰਹੇ ਵੀ ਅਸੀਂ ਥੋੜ੍ਹਾ ਕੰਮ ਅਜੇ ਕਰ ਰਹੇ ਹਾਂ। 9 ਤਰੀਕ ਨੂੰ ਅਸੀਂ ਕੰਪਲੀਟਲੀ ਤੌਰ 'ਤੇ ਸਰਕਾਰ ਨੂੰ ਦੇਵਾਂਗੇ ਵੀ ਆਹ ਵੇਖ ਲਓ ਕੋਈ ਕਮੀ ਹੈਗੀ ਤਾਂ ਦੱਸਿਓ ਸਾਨੂੰ, ਫਿਰ ਵੀ ਜੇ ਕਮੀਆਂ ਰਹਿਣਗੀਆਂ ਉਹ ਆਉਣ ਵਾਲੇ ਸਮੇਂ ਦੂਰ ਕੀਤੀਆਂ ਜਾਣਗੀਆਂ। ਭੱਟੀ ਸਾਹਿਬ, 9 ਤਰੀਕ ਨੂੰ ਲਾਂਘਾ ਖੁੱਲ੍ਹਣ ਜਾ ਰਿਹਾ, ਭਾਰਤ ਵਾਲੇ ਪਾਸੇ ਤੋਂ ਵੀ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕੀਤੇ ਗਏ। ਸਿਕਿਉਰਿਟੀ ਵਾਸਤੇ ਉੱਥੇ ਚੈਕਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਹੋ ਰਹੀ ਹੈ, VIPs ਆ ਰਹੇ ਆ। ਅਜੇ ਵੀ ਕੁਝ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਜਿਹੜਾ ਉਹ ਹੈਗਾ ਵਾ ਕਿ ਜਿੰਨਾ ਚਿਰ ਖੁੱਲ੍ਹ ਨਹੀਂ ਜਾਂਦਾ ਉਹਨਾਂ ਚਿਰ ਤੱਕ, ਕਿਉਂਕਿ ਖਬਰਾਂ ਆਉਂਦੀਆਂ ਨੇ ਪਾਕਿਸਤਾਨ ਵਾਲੇ ਪਾਸਿਓਂ ਕਦੀ ਕੋਈ ਡਰੋਨ ਜਿਹੜਾ ਆ ਉਹ ਆ ਜਾਂਦਾ ਜਾਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ। ਅਤੇ ਕੱਲ੍ਹ ਜਿਹੜੀ ਆ ਬੀਤਿਆ ਕੱਲ੍ਹ ਆ ਉਹ 2 ਦਿਨ ਪਹਿਲਾਂ ਉੱਥੇ ਆਖਰੀ ਅਰਦਾਸ ਜਿਹੜੀ ਆ ਉਹ ਵੀ ਦਰਸ਼ਨ ਭਲਾਖੀ ਸੰਸਥਾ ਵੱਲੋਂ ਕੀਤੀ ਗਈ ਆ ਕਿ ਸਾਡਾ ਜਿਹੜਾ ਮਕਸਦ ਸੀਗਾ ਅਰਦਾਸ ਕਰਨ ਦਾ ਉਹ ਪੂਰਾ ਹੋ ਗਿਆ ਅਤੇ ਆਖਰੀ ਅਰਦਾਸ ਹੈ ਸਾਡੀ ਇੱਥੇ। ਬਿਲਕੁਲ ਜੀ, ਜਿਹੜੇ ਸਰਦਾਰ ਕੁਲਦੀਪ ਸਿੰਘ ਵਡਾਲਾ ਦੇ ਬੇਟੇ ਨੇ ਸਾਬਕਾ MLA ਸਰਦਾਰ ਗੁਰਪ੍ਰੀਤ ਸਿੰਘ ਵਡਾਲਾ, ਉਹ ਗਏ ਨੇ ਕੱਲ੍ਹ, ਆਖਰੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਵੀ ਸਾਡੀ ਅਰਦਾਸ ਸੁਣੀ ਹੈ ਤੁਸੀਂ। ਲੇਕਿਨ ਮੈਂ ਸੋਚਦਾ ਵੀ ਲਾਂਘਾ ਬੰਦ ਹੋਣ ਦੀ ਰੁਕਣ ਦੀ ਕੋਈ ਚਾਂਸ ਨਹੀਂ ਹੈ, ਕਿ ਹੁਣ ਜੋ ਮਰਜ਼ੀ ਹੋ ਜਾਏ। ਕਿ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿ ਦਿੱਤਾ ਵੀ ਲਾਂਘਾ ਖੋਲ੍ਹ ਰਹੇ ਅਸੀਂ, ਲਾਂਘਾ ਖੁੱਲ੍ਹੇਗਾ ਜੋ ਮਰਜ਼ੀ ਹੋ ਜਾਏ, ਜਿਹੋ ਜਿਹੇ ਮਰਜ਼ੀ ਹਾਲਾਤ ਹੋਣ। ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਕੱਲ੍ਹ ਫਿਰ ਦੁਬਾਰਾ ਦੁਹਰਾਤੀ ਇਹ ਗੱਲ ਵੀ ਹਾਲਾਤ ਜੋ ਮਰਜ਼ੀ ਹੋਣ, ਭਾਵੇਂ ਕਿ ਪਾਕਿਸਤਾਨ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਸਾਊਦੀ ਜਾਣ ਵਾਸਤੇ ਪਾਕਿਸਤਾਨ ਵਿੱਚੋਂ ਲੰਘਣ ਦੀ ਜਿਹੜੀ ਸੀ ਇਜਾਜ਼ਤ ਨਹੀਂ ਦਿੱਤੀ, ਲੇਕਿਨ ਫਿਰ ਵੀ ਉਹਨੇ ਕਿਹਾ ਲਾਂਘਾ ਖੁੱਲ੍ਹੇਗਾ ਅਤੇ ਲਾਂਘੇ 'ਤੇ ਕੋਈ ਰੋਕ ਨਹੀਂ ਲੱਗੇਗੀ। ਤਾਂ ਹੁਣ ਮੈਂ ਮਹਿਸੂਸ ਕਰਦਾ ਵੀ ਲਾਂਘੇ 'ਤੇ ਰੋਕ ਲੱਗਣੀ ਬੜੀ ਮੁਸ਼ਕਿਲ ਆ, ਕੋਈ ਨਹੀਂ ਲੱਗੇਗੀ, ਇਹ ਲਾਂਘਾ ਖੁੱਲ੍ਹੇਗਾ। ਲੇਕਿਨ ਕੁਛ TV ਵਾਲੇ ਕਹੀ ਜਾਂਦੀ ਆਸ ਜੀ ਆਸ, ਮੈਂ ਕਿਹਾ ਆਸਾ ਉਸਾ ਛੱਡੋ। ਹੁਣ ਤਾਂ ਬਾਬੇ ਨੇ ਜਿਹੜਾ ਸੀ ਬੜੀ ਕਿਰਪਾ ਕੀਤੀ ਆ, ਬੜੀ ਦੇਰ ਬਾਅਦ ਕੀਤੀ ਆ, ਲਾਂਘਾ ਖੁੱਲ੍ਹੇਗਾ ਅਤੇ ਸੰਗਤਾਂ ਦਰਸ਼ਨ ਕਰਨਗੀਆਂ ਜਾ ਕੇ ਬਾਬੇ ਦੇ ਦਰਬਾਰ ਦੇ, ਅਤੇ ਉੱਥੇ ਜਾ ਕੇ ਆਪਣੀਆਂ ਜਿਹੜੀਆਂ ਅਰਦਾਸਾਂ ਕਰਨਗੀਆਂ ਤਾਂ ਕਿ ਸਾਡੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੋ ਸਕਣਗੀਆਂ। ਭੱਟੀ ਸਾਹਿਬ, ਗੁਰੂ ਨਾਨਕ ਸਾਹਿਬ ਨੇ ਬੜਾ ਵੱਡਾ ਸਿਧਾਂਤ ਜਿਹੜਾ ਆ ਉਹ ਸਿੱਖਾਂ ਨੂੰ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਚਲੋ ਮੰਨ ਲਿਆ ਸਾਰਾ ਕੁਛ ਜਿਹੜਾ ਆ ਉਹ ਸਹੀ ਚੱਲ ਰਿਹਾ, ਗੁਰਦੁਆਰੇ ਗੁਰਧਾਮ ਜਿਹੜੇ ਆ ਉਹ ਵੀ ਬਣ ਰਹੇ ਆ, ਲਾਂਘਾ ਵੀ ਖੁੱਲ੍ਹ ਗਿਆ ਆ, ਉੱਥੇ ਦਰਸ਼ਨ ਵੀ ਹੋਣਗੇ, ਪਰ ਕਿਤੇ ਨਾ ਕਿਤੇ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਸੀਗਾ ਕਿਰਤ ਕਰਨ ਦਾ, ਅੱਜ ਕੱਲ੍ਹ ਕਿਰਤੀ ਜਿਹੜੇ ਆ ਉਹ ਰੁਲ ਰਹੇ ਆ, ਉਹਦੇ ਬਾਰੇ 'ਚ ਤੁਹਾਡਾ ਕੀ ਮੰਨਣਾ ਆ? ਜੇ ਅਸੀਂ ਪੰਜਾਬ ਦੇ ਕਿਰਤੀਆਂ ਦੀ ਗੱਲ ਕਰੀਏ ਜੀ, ਪੰਜਾਬ ਦੇ ਵਿੱਚ 35% ਕਿਸਾਨ ਤੇ ਕਿਰਤੀ ਨੇ, 20% ਕਿਸਾਨ ਤੇ 15 ਤੋਂ ਲੈ ਕੇ 17% ਕਿਰਤੀ ਨੇ। ਲੇਕਿਨ ਉਹ ਕਿਰਤ ਕਰੋ ਤੇ ਵੰਡ ਛਕੋ ਦਾ ਸੰਕਲਪ ਲਗਭਗ ਸਾਡਾ ਖਤਮ ਹੁੰਦਾ ਜਾ ਰਿਹਾ ਵਾ। ਬਾਬੇ ਨਾਨਕ ਨੇ ਸੰਕਲਪ ਇਹ ਜਿਹੜੀ ਉੱਥੇ ਕੀਤੀ ਹੈ, 17 ਸਾਲ ਖੇਤੀ ਜਾ ਕੇ ਕੀਤੀ ਆ, ਉਹਦਾ ਮਤਲਬ ਇਹ ਨਹੀਂ ਵੀ 4 ਦਾਣੇ ਇਕੱਠੇ ਕਰਨੇ ਆ, ਉਹਦਾ ਮਤਲਬ ਇਹੋ ਸੀ ਵੀ ਇੱਕ ਲੋਕਾਂ ਨੂੰ ਸੰਦੇਸ਼ ਦੇਣਾ ਵੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ। ਅੱਜ ਸਾਡੇ 'ਚੋਂ ਉਹ ਸੰਕਲਪ ਜਿਹੜਾ ਉਹ ਖਤਮ ਹੋ ਰਿਹਾ, ਉਹਨੂੰ ਸਾਨੂੰ ਫਿਰ ਦੁਬਾਰਾ ਸ਼ੁਰੂ ਕਰਨਾ ਪਏਗਾ। ਜਿਹੜੇ ਸਾਡੇ ਕਿਸਾਨ ਉਹ ਖੁਦਕੁਸ਼ੀਆਂ ਕਰ ਰਹੇ ਆ, ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਆ, ਜਿਹੜੇ ਕਿਰਤੀ ਲੋਕ ਉਹਨਾਂ ਦੇ ਬਾਬਤ ਜਿਹੜੀਆਂ ਸਰਕਾਰਾਂ ਸੁਹਿਰਦ ਨਹੀਂ,
1993 ਤੋਂ ਲੈ ਕੇ ਜਿਹੜੇ ਸਾਡੇ ਸੀਵਰੇਜ ਸਾਫ਼ ਕਰਨ ਵਾਲੇ ਵੀਰ ਨੇ ਉਹਨਾਂ ਦੀ ਬੜੀ ਸਖਤ ਮਿਹਨਤ ਆ। 1993 ਤੋਂ ਲੈ ਕੇ ਤੇ ਹੁਣ ਤੱਕ 636 ਬੰਦੇ ਸਾਹ ਘੁੱਟਣ ਕਰਕੇ ਮਰ ਚੁੱਕੇ ਨੇ, ਜਿਹਦੇ ਵਿੱਚੋਂ 27 ਕਿਰਤੀ ਇਕੱਲੇ ਪੰਜਾਬ ਦੇ ਨੇ। ਇਸ ਕਰਕੇ ਮੈਂ ਸੋਚਦਾ ਜੇ ਬਾਬੇ ਨਾਨਕ ਦੇ ਸੰਕਲਪ ਨੂੰ ਸਹੀ ਵਚਨ 'ਚ ਲਾਗੂ ਕਰਨਾ ਵਾ, ਉਹਦੇ ਉੱਤੇ ਸਰਕਾਰਾਂ ਨੂੰ ਆਪਣੀਆਂ ਪਾਲਿਸੀਆਂ ਚੇਂਜ ਕਰਨੀਆਂ ਪੈਣਗੀਆਂ, ਸਰਕਾਰਾਂ ਨੂੰ ਆਪਣੀਆਂ ਨੀਤੀਆਂ ਚੇਂਜ ਕਰਨੀਆਂ ਪੈਣਗੀਆਂ, ਸਰਕਾਰਾਂ ਨੂੰ ਕੋਈ ਕਿਰਤੀਆਂ ਦੇ ਹੱਕ 'ਚ ਕਾਨੂੰਨ ਬਣਾਉਣੇ ਪੈਣਗੇ। ਅੱਜ ਦੀ ਡੇਟ ਦੇ ਵਿੱਚ ਕਿਰਤੀਆਂ ਦੇ ਹੱਕ ਵਿੱਚ ਕੋਈ ਕਾਨੂੰਨ ਨਹੀਂ। ਜੱਟ ਇੱਕ ਕਿਰਤੀ ਆ, ਕਿਸਾਨ ਕਿਰਤੀ ਆ, ਲੇਕਿਨ ਉਹਦੇ ਹੱਕ 'ਚ ਕੋਈ ਕਾਨੂੰਨ ਨਹੀਂ। ਅੱਜ ਸਾਡੀ ਐਗਰੀਕਲਚਰ ਦੀ ਗਰੋਥ 0% ਆ, ਜਿਹਦੀ 0% ਗਰੋਥ ਹੋਵੇ ਤੇ ਅੱਜ ਵੀ ਖਤਮ ਤੇ ਕੱਲ੍ਹ ਵੀ ਖਤਮ ਆ। ਸਾਡੀਆਂ ਸਰਕਾਰਾਂ ਨੇ ਕਿਰਤੀਆਂ ਨੂੰ ਖਤਮ ਕਰਨ ਦਾ ਇੱਕ ਜਿਹੜਾ ਸ਼ਾਇਦ ਟੀਚਾ ਮਿਥ ਲਿਆ ਵਾ, ਇਹ ਮਾੜੀ ਗੱਲ ਆ। ਜੇ ਬਾਬੇ ਨਾਨਕ ਦੇ ਸੰਕਲਪ ਦੇ ਉੱਤੇ ਤੁਸੀਂ ਪਹਿਰਾ ਦੇਣਾ ਵਾ ਤੇ ਫਿਰ ਤੁਹਾਨੂੰ ਆਪਣੀਆਂ ਸਕੀਮਾਂ ਸਰਕਾਰਾਂ ਨੂੰ ਚੇਂਜ ਕਰਨੀਆਂ ਪੈਣਗੀਆਂ, ਚੇਂਜ ਕਰਕੇ ਤੇ ਉਹਨਾਂ ਵਿੱਚ ਤਬਦੀਲੀ ਕਰਕੇ ਉਹ ਸਕੀਮਾਂ ਬਣਾਉਣੀਆਂ ਪੈਣਗੀਆਂ ਜਿਹੜੀਆਂ ਕਿਰਤੀਆਂ ਦੇ ਹੱਕ 'ਚ ਹੋਣ। ਭੱਟੀ ਸਾਹਿਬ, ਇਹ ਤਾਂ ਗੱਲ ਹੋ ਗਈ ਸਾਡੀ ਕਰਤਾਰਪੁਰ ਸਾਹਿਬ ਦੀ ਵੀ, ਤੇ ਨਾਲ ਅਸੀਂ ਗੱਲ ਕੀਤੀ ਕਿਰਤ ਦੀ ਵੀ, ਜਿਹੜੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿਧਾਂਤ ਲਿਖਿਆ ਸੀ, ਕਿਤੇ ਨਾ ਕਿਤੇ ਉਸ ਤੋਂ ਥੋੜ੍ਹਾ ਅਸੀਂ ਭਟਕੇ ਹਾਂ। ਇਸ ਦੇ ਨਾਲ ਭੱਟੀ ਸਾਹਿਬ ਗੱਲ ਕਰੀਏ, ਸੁਲਤਾਨਪੁਰ ਲੋਧੀ ਵਿਖੇ ਵੀ ਵੱਡੀ ਗਿਣਤੀ 'ਚ ਸੰਗਤਾਂ ਨੇ ਆਉਣਾ ਆ, ਜਿੱਥੇ ਕੋਰੀਡੋਰ ਦੇ ਰਾਹੀਂ ਦਰਸ਼ਨਾਂ ਵਾਸਤੇ ਕਰਤਾਰਪੁਰ ਜਾਣਾ ਆ। ਉੱਥੇ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸਟੇਜਾਂ ਦੀ ਜਿਹੜੀ ਗੱਲ ਹੋਈ ਸੀ, 2 ਸਟੇਜਾਂ ਜਿਹੜੀਆਂ ਉਹਨਾਂ ਦੀ ਗੱਲ ਹੋਈ ਸੀ, ਪਰ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਨੇ ਖੁੱਲ੍ਹ ਕੇ ਕੁਛ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਸਖਤੀ ਨਾਲ ਕਿ ਸਟੇਜ ਇੱਕੋ ਹੀ ਰਹੇਗੀ, ਚਾਹੇ ਉਹ ਸਰਕਾਰ ਦੀ ਹੋਵੇ ਜਾਂ ਸ਼੍ਰੋਮਣੀ ਕਮੇਟੀ ਦੀ। ਪਹਿਲੀ ਗੱਲ ਤੇ ਜਿਹੜੀ ਸਾਡੀ ਸਰਕਾਰ ਆ ਉਹ ਸੈਕੂਲਰ ਸਰਕਾਰ, ਉਹ ਸਿੱਖ ਰਾਜ ਨਹੀਂ। ਮੈਂ ਤੁਹਾਨੂੰ ਸਿੱਖ ਰਾਜ ਦੀ ਤੇ ਅਕਾਲ ਤਖਤ ਦੀ ਇੱਕ ਛੋਟੀ ਜਿਹੀ ਗੱਲ ਸੁਣਾਉਣ ਲੱਗਾ ਵਾਂ। ਹੈਦਰਾਬਾਦ ਦੇ ਨਿਜ਼ਾਮ ਨੇ ਜਦੋਂ ਅੰਗਰੇਜ਼ਾਂ ਦਾ ਵਿਰੋਧ ਕੀਤਾ ਤੇ ਅੰਗਰੇਜ਼ਾਂ ਨੇ ਉਹਨੂੰ ਇੰਨਾ ਟਾਈਟ ਕੀਤਾ ਵੀ ਉਹਨੂੰ ਉਹਦੀ ਰਿਆਸਤ ਛੱਡਣ ਵਾਸਤੇ ਜਿਹੜਾ ਸੀ ਉਹ ਮਜਬੂਰ ਕਰਤਾ। ਜਦੋਂ ਉਹਨਾਂ ਰਿਆਸਤ ਛੱਡੀ ਤੇ ਰਿਆਸਤ ਛੱਡਣ ਸਮੇਂ ਉਹਨਾਂ ਨੇ ਮੇਰੇ ਖਿਆਲ ਜਿੰਨੇ ਵੀ ਬਾਕੀ ਇੱਥੇ ਰਾਜੇ ਸੀਗੇ, ਘੱਟੋ ਘੱਟ 650 ਰਾਜਾ ਸੀਗਾ ਉਸ ਟਾਈਮ ਦੇ ਉੱਤੇ, ਸਭ ਦੇ ਕੋਲੋਂ ਪਨਾਹ ਮੰਗੀ, ਕਿਸੇ ਨੇ ਪਨਾਹ ਦਿੱਤੀ। ਜਿਹੜੇ ਨੇਪਾਲ ਨੇ ਮਹਾਰਾਜੀ ਜਿੰਦਾਂ ਨੂੰ ਪਨਾਹ ਦਿੱਤੀ ਸੀ, ਉਹਨੇ ਮੈਨੂੰ ਪਨਾਹ ਨਹੀਂ ਦਿੱਤੀ ਵੀ ਮੈਂ ਅੰਗਰੇਜ਼ਾਂ ਨਾਲ ਕਿਉਂ ਵਿਗਾੜਾਂ। ਕੋਈ ਅੰਗਰੇਜ਼ਾਂ ਵਿਗਾੜਨਾ ਨਹੀਂ ਚਾਹੁੰਦਾ। ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੰਨੀ ਗੱਲ ਕਹੀ ਵੀ ਭਾਈ ਮੈਨੂੰ ਪਨਾਹ ਚਾਹੀਦੀ ਹੈ। ਉਹ ਕਹਿੰਦਾ ਨਹੀਂ, ਮੇਰੇ ਅੰਗਰੇਜ਼ਾਂ ਦੇ ਬੜੇ ਸੋਹਣੇ ਸੰਬੰਧ, ਮੈਂ ਪਨਾਹ ਨਹੀਂ ਦੇ ਸਕਦਾ। ਉਹਨੂੰ ਕਿਸੇ ਸਿੱਖ ਨੇ ਕਿਹਾ ਵੀ ਤੂੰ ਇੱਦਾਂ ਕਰ, ਅਕਾਲ ਤਖਤ 'ਤੇ ਚੱਲ ਜਾ, ਅਕਾਲ ਤਖਤ ਤੋਂ ਤੈਨੂੰ ਪਨਾਹ ਜ਼ਰੂਰ ਮਿਲੇਗੀ। ਉਹ ਤੇ ਹਰ ਇੱਕ ਨੂੰ ਗੱਲ ਲਾਉਂਦੇ ਉੱਥੇ। ਹੈਦਰਾਬਾਦ ਦਾ ਨਿਜ਼ਾਮ ਅਕਾਲ ਤਖਤ 'ਤੇ ਆ, ਪਨਾਹ ਮੰਗੀ, ਉਹਨੂੰ ਪਨਾਹ ਦਿੱਤੀ ਗਈ ਤੇ ਸਰਕਾਰ ਨੂੰ ਪੱਤਰ ਲਿਖਿਆ ਗਿਆ ਬਕਾਇਆ ਤੌਰ 'ਤੇ ਵੀ ਇਸ ਵਿਅਕਤੀ ਨੂੰ ਇਸ ਸਿੱਖ ਰਾਜ 'ਚ ਪਨਾਹ ਦਿੱਤੀ ਜਾਵੇ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਵੀ ਇਹ ਕੀ ਆ। ਉਹ ਕਹਿੰਦਾ ਮੈਂ ਮਜਬੂਰ ਹਾਂ, ਸਾਡੇ ਅਕਾਲ ਤਖਤ 'ਤੇ ਜਥੇਦਾਰ ਦਾ ਹੁਕਮ ਆ, ਉਹਨੂੰ ਅਸੀਂ ਮੰਨਣਾ ਹੀ ਮੰਨਣਾ ਵਾ, ਇਸ ਕਰਕੇ ਮੈਂ ਉਹਨੂੰ ਪਨਾਹ ਦੇਣ ਲਈ ਮਜਬੂਰ ਹਾਂ। ਲੇਕਿਨ ਤੁਹਾਡੇ ਨਾਲ ਮੇਰੇ ਸੰਬੰਧਾਂ 'ਚ ਕੋਈ ਗੜਬੜ ਨਹੀਂ ਕਿਸੇ ਕਿਸਮ ਦੀ ਹੋਏਗੀ। ਖੈਰ, ਇੰਨਾ ਸਤਿਕਾਰ ਸੀ ਅਕਾਲ ਤਖਤ ਦਾ। ਅੱਜ ਅਕਾਲ ਤਖਤ 'ਤੇ ਜਥੇਦਾਰ ਦੇ ਖਿਲਾਫ ਬੋਲਣ ਲੱਗਿਆ ਸੀ, 1 ਮਿੰਟ ਨਹੀਂ ਲਾਉਂਦੇ, ਕਹਿੰਦੇ ਜਥੇਦਾਰ ਨੇ ਕੱਖ ਨਹੀਂ ਕੀਤਾ, ਜਥੇਦਾਰ ਨੇ ਬੇੜਾ ਗਰਕ ਕਰਤਾ, ਕਹਿ ਦਿੰਦੇ ਅਸੀਂ। ਲੇਕਿਨ ਜਿੰਨਾ ਚਿਰ ਅੱਜ ਦੀ ਡੇਟ ਦੇ ਵਿੱਚ ਜਥੇਦਾਰ ਆਪਣਾ ਕਿਰਦਾਰ ਚੇਂਜ ਨਹੀਂ ਕਰਦੇ, ਇੱਕ ਸਿਆਸੀ ਆਗੂਆਂ ਦੇ ਪ੍ਰਭਾਵ ਥੱਲੇ ਆ ਕੇ ਕੰਮ ਕਰਨੇ ਨਹੀਂ ਛੱਡਦੇ, ਜਿੱਦਣ ਮਰਿਆਦਾ ਦੀ ਗੱਲ ਕਰਨਗੇ, ਪਰੰਪਰਾ ਦੀ ਗੱਲ ਕਰਨਗੇ, ਉਦੋਂ ਜਥੇਦਾਰ ਨੂੰ ਲੋਕ ਆਪਣੇ ਆਪ ਤਾਕਤ ਦੇਣਗੇ ਤੇ ਸਰਕਾਰਾਂ ਮਜਬੂਰ ਹੋ ਜਾਣਗੀਆਂ। ਅੱਜ ਦੀ ਡੇਟ ਜਥੇਦਾਰ ਇੰਨਾ ਮਜ਼ਬੂਤ ਨਹੀਂ। ਦੂਸਰੀ ਚੀਜ਼, ਪੰਜਾਬ ਦੀ ਸੈਕੂਲਰ ਸਰਕਾਰ ਆ, ਸਿੱਖ ਰਾਜ ਦੀ ਸਰਕਾਰ ਨਹੀਂ, ਤੇ ਇਸ ਸਰਕਾਰ ਦੇ ਉੱਤੇ ਅਕਾਲ ਤਖਤ ਦੇ ਹੁਕਮ ਲਾਗੂ ਨਹੀਂ ਹੁੰਦੇ। ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਿੱਖ ਹੁੰਦਿਆਂ ਜੇ ਕਿਤੇ ਇਹ ਕੋਸ਼ਿਸ਼ ਕੀਤੀ ਇਕੱਠ ਦੀ, ਉਹ ਚੰਗੀ ਗੱਲ ਸੀ। ਲੇਕਿਨ ਸਿੱਖ ਚੈਨਲ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਵਾ ਉੱਥੇ ਸ਼ਰਧਾ ਨਹੀਂ, ਸਿਆਸਤ ਹੋ ਰਹੀ ਆ। ਜਿੱਥੇ ਸਿਆਸਤ ਹੋਵੇ ਉੱਥੇ ਏਕਾ ਹੋਣਾ ਬੜਾ ਮੁਸ਼ਕਲ ਹੁੰਦਾ। ਜੇ ਕੈਪਟਨ ਅਮਰਿੰਦਰ ਸਿੰਘ ਨੇ ਹੁਣੇ ਦੀ ਗੱਲ ਕਹਿਤੀ, ਬੁਲਾਇਆ ਉਹਨਾਂ ਨੂੰ ਵੀ ਤੁਸੀਂ ਆਓ, ਉਹਦੇ ਵਿੱਚ ਸਿਆਸੀ ਆਗੂ ਵੀ ਚਲੇ ਗਏ, ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੁਲਾਇਆ, ਨਾਲ ਸਿਆਸੀ ਆਗੂ ਚਲੇ ਗਏ ਅਕਾਲੀ ਦਲ ਬਾਦਲ ਦੇ। ਤੇ ਕੈਪਟਨ ਸਾਹਿਬ ਨੇ ਕਿਹਾ ਵੇਖੋ ਜੀ, ਤੁਹਾਡੇ 11 ਤਰੀਕ ਨੂੰ ਤੁਹਾਡੀ ਸਟੇਜ 'ਤੇ ਗ੍ਰਹਿ ਮੰਤਰੀ ਨੇ ਆਉਣਾ ਤੇ ਅਸੀਂ ਤੁਹਾਡੀ ਸਟੇਜ 'ਤੇ ਤੁਹਾਡੇ ਪੰਡਾਲ ਸ਼ਾਮਲ ਹੋਵਾਂਗੇ, ਅਸੀਂ ਸਮਾਗਮ ਚਾਹਾਂਗੇ ਅਸੀਂ, ਤੇ 12 ਨੂੰ ਸਾਡਾ ਹੋ ਰਿਹਾ ਉੱਥੇ ਰਾਸ਼ਟਰਪਤੀ ਰਿਹਾ, ਤੁਸੀਂ ਸਾਡੇ 'ਚ ਆਓ ਤੁਸੀਂ। ਤੇ ਅਕਾਲੀ ਦਲ ਨੇ ਕੋਰਾ ਜਵਾਬ ਦੇ ਦਿੱਤਾ ਵੀ ਸਾਨੂੰ ਮਨਜ਼ੂਰ ਨਹੀਂ, ਜੇ ਤੁਸੀਂ ਸਾਡੀ ਸਟੇਜ 'ਤੇ ਹੁਣ ਆ ਜਾਓ, ਨਹੀਂ ਹੋਣਾ ਤੁਹਾਡੀ ਮਰਜ਼ੀ। ਇੱਥੇ ਜਥੇਦਾਰ ਮਜਬੂਰ ਆ। ਜੇ ਜਥੇਦਾਰ ਉਦੋਂ ਵਾਲਾ ਅਕਾਲੀ ਫੂਲਾ ਸਿੰਘ ਮੇਰਾ ਜਥੇਦਾਰ ਹੁੰਦਾ, ਸੰਗਤਾਂ ਉਹਦੇ ਨਾਲ ਹੁੰਦੀਆਂ, ਤੇ ਮੇਰਾ ਖਿਆਲ ਆ ਵੀ ਸ਼ਾਇਦ ਅੱਜ ਇਹ ਗੱਲ ਨਾ ਹੁੰਦੀ। ਫਿਰ ਵੀ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਵੀ ਆਪਣੀ ਵੀ ਖੱਲ ਬਚਾ ਲਈ, ਦੂਜਿਆਂ ਦੀ ਬਚਾਤੀ,
ਵੀ ਸਾਰੇ ਜਣੇ ਇੱਕ ਮੰਚ ਤੇ ਇਕੱਠੇ ਹੋ ਜਾਓ, ਲੇਕਿਨ ਫਿਰ ਵੀ ਜੋ ਕੋਈ ਵੱਖਰੀ ਸਟੇਜ ਲਾਉਣਾ ਚਾਹੁੰਦਾ ਉਹ ਲਗਾ ਸਕਦਾ ਵਾ। ਇਹ ਪਹਿਲਾਂ ਪਤਾ ਸੀ ਲੱਗਣੀ ਆ, ਜਹੇਦਾਰ ਨੂੰ ਵੀ ਪਤਾ ਲੱਗਣੀ ਸੀ, ਲੇਕਿਨ ਉੱਥੇ ਸ਼ਰਧਾ ਦੀ ਕਮੀ ਆ। ਜਿੱਦਣ ਲੋਕਾਂ 'ਚ ਸ਼ਰਧਾ ਆ ਗਈ ਉਸ ਦਿਨ ਤੁਹਾਨੂੰ ਜਹੇਦਾਰ ਨੂੰ ਕੋਈ ਇੰਟਰਫੇਅਰ ਕਰਨ ਦੀ ਲੋੜ ਨਹੀਂ ਰਹੇਗੀ, ਇਹ ਆਪਣੇ ਆਪ ਸਾਰੇ ਮਸਲੇ ਹੱਲ ਹੋ ਜਾਣਗੇ। ਤੇ ਮੈਂ ਚਾਹੁੰਦਾ ਵੀ ਜਹੇਦਾਰ ਸਾਹਿਬ ਨੂੰ ਬਹੁਤਾ ਇੰਟਰਸਟ ਨਹੀਂ ਲੈਣਾ ਚਾਹੀਦਾ। ਤੇ ਜੇ ਗੁਰੂ ਸਾਹਿਬ ਦੇ ਦਿਹਾੜੇ ਦੁਨੀਆ ਭਰ 'ਚ ਲੋਕ ਵੱਖ ਮਨਾਈ ਜਾਂਦੇ ਆ, ਤੇ ਜੇ ਇੱਕ ਸਟੇਜ ਹੋਰ ਲੱਗ ਜੂ ਕੀ ਫਰਕ ਪੈਣ ਲੱਗਾ ਉੱਥੇ। ਲੇਕਿਨ ਪ੍ਰਬੰਧਾਂ ਦੀ ਜ਼ਰੂਰ ਗੱਲ, ਅਜੇ ਤੱਕ ਸਰਕਾਰ ਨੇ ਉਹ ਪ੍ਰਬੰਧ ਨਹੀਂ ਕਰ ਸਕੀ ਜਿਹੜੇ ਉੱਥੇ ਪ੍ਰਬੰਧ ਕੀਤੇ ਜਾਣੇ ਸੀਗੇ। ਜੇ ਉੱਥੇ 50 ਲੱਖ ਬੰਦਾ ਹੋ ਜਾਂਦਾ ਤਾਂ ਮੈਂ ਨਹੀਂ ਸੋਚਦਾ ਵੀ ਸਰਕਾਰ 50 ਲੱਖ ਨੂੰ ਸੰਭਾਲ ਸਕੇ। ਕਿਉਂਕਿ ਟੈਂਟ ਸਿਟੀ ਵੀ ਜਿਹੜੀ ਉਹ 35,000 ਲੋਕ ਜਿਹੜੇ ਰਹਿ ਸਕਦੇ ਆ। ਟੈਂਟ ਸਿਟੀ 35,000 ਲੋਕ ਰਹਿ ਸਕਦੇ ਆ। ਦੂਸਰੀ ਚੀਜ਼, ਭਾਵੇਂ 3 ਫੇਸ ਦੇ ਵਿੱਚ ਪਿੱਛੇ ਜੇ ਅੱਗ ਲੱਗੀ, ਜੇ ਅੱਗ ਲੱਗੀ ਤੇ ਪਹਿਲਾਂ ਪ੍ਰਬੰਧ ਕੋਈ ਨਹੀਂ ਕੀਤੇ ਕਿ ਅੱਗ ਦੇ ਤੁਸੀਂ ਪਹਿਲਾਂ ਉੱਥੇ ਫਾਇਰ ਬ੍ਰਿਗੇਡ ਹੋਵੇ, ਹੁਣ ਜੂ ਲੈ ਕੇ ਤੁਸੀਂ ਖੜੇ ਕਰ ਦਿੱਤੇ ਆ। ਇਸ ਕਰਕੇ ਸਰਕਾਰ ਨਹੀਂ ਸੰਭਾਲ ਸਕਦੀ, ਲੋਕਾਂ ਨੂੰ ਆਪਣੇ ਲੈਵਲ ਤੇ ਬੰਦੋਬਸਤ ਕਰਨੇ ਪੈਣਗੇ। ਜਿਹੜੇ ਸੁਲਤਾਨਪੁਰ ਲੋਧੀ ਤੇ ਲਾਗੇ ਪਿੰਡ ਆ ਉਹਨਾਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਸ਼ਰਧਾਲੂਆਂ ਨੂੰ ਜਿਹੜੀ ਸੀ ਜਗ੍ਹਾ ਦੇਣੀ ਪੈਗੀ। ਔਰ ਸਾਡੇ ਸਮਾਜ 'ਚ ਹੁੰਦਾ ਆ, ਇਸ ਤੋਂ ਪਹਿਲਾਂ ਤੁਸੀਂ 70 ਤੋਂ ਪਹਿਲਾਂ ਲੈ ਲਓ, ਜਦੋਂ ਕਿਤੇ ਸਮਾਗਮ ਹੁੰਦੇ ਲੋਕ ਕਹਿੰਦੇ ਸੀ ਚਲੋ ਜੀ 5 ਬੰਦੇ ਸਾਡੇ ਘਰ ਭੇਜ ਦਿਓ, 4 ਸਾਡੇ ਘਰ ਭੇਜ ਦਿਓ, ਤੇ ਲੋਕ ਸਮਾ ਜਾਂਦੇ ਸੀ, ਸਾਰੇ ਸਮਾਗਮ ਹੋ ਜਾਂਦੇ ਸੀ। ਹੁਣ ਲੋਕਾਂ ਦੇ ਵਿੱਚ ਜਿਹੜਾ ਉਹ ਭਰਾਤਰੀ ਭਾਵ ਨਹੀਂ ਰਿਹਾ। ਫਿਰ ਵੀ ਲੋਕਾਂ ਨੂੰ ਅਪੀਲ ਹੈ ਵੀ ਉਹ ਜੇ ਕਿਤੇ ਕੋਈ ਮੰਗੇ ਵੀ ਸਾਨੂੰ ਜਗ੍ਹਾ ਚਾਹੀਦੀ ਹੈ ਤੇ ਖੁੱਲ੍ਹੇ ਦਿਲ ਨਾਲ ਦਰਵਾਜ਼ੇ ਖੋਲ੍ਹ ਦੇਣ। ਉਹ ਬਾਬੇ ਨਾਨਕ ਨੂੰ ਅਸਲੀ ਜਿਹੜਾ ਸਾਡਾ ਜਿਹੜਾ ਬਾਬੇ ਨਾਨਕ ਸੰਕਲਪ ਤਾਦੀ ਪੂਰਾ ਆ ਗਈ, ਜੇ ਅਸੀਂ ਖੋਲਾਂਗੇ। ਭੱਟੀ ਸਾਹਿਬ, ਨਗਰ ਕੀਰਤਨਾਂ ਦੀ ਗੱਲ ਕਰੀਏ ਤਾਂ ਨਗਰ ਕੀਰਤਨ ਵੀ ਪਹਿਲਾਂ ਪਾਕਿਸਤਾਨ ਤੋਂ ਚੱਲ ਕੇ ਜਿਹੜਾ ਨਨਕਾਣਾ ਸਾਹਿਬ ਤੋਂ ਆ ਉਹ ਪੰਜਾਬ ਦੇ ਵਿੱਚ ਆਇਆ, ਜਿਹੜਾ ਕਿ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਹੁਣ ਸੰਪੰਨ ਹੋਣਾ ਆ ਪਹਿਲੇ ਹਫ਼ਤੇ ਨਵੰਬਰ ਦੇ। ਇਸ ਦੇ ਨਾਲ ਇੱਕ ਨਗਰ ਕੀਰਤਨ ਗੁਰਦੁਆਰਾ ਦਿੱਲੀ ਤੋਂ ਜਿਹੜਾ ਗੁਰਦੁਆਰਾ ਨਾਨਕ ਪਿਆਓ ਆ ਉੱਥੋਂ ਚੱਲਿਆ ਹੋਇਆ ਆ, ਤੇ ਉਹ ਨਗਰ ਕੀਰਤਨ ਜਿਹੜਾ ਆ ਉਹ ਚੱਲ ਰਿਹਾ ਆ ਕਿੱਥੇ ਕਿੱਥੇ। ਅੱਜ ਸੁਲਤਾਨਪੁਰ ਲੋਧੀ ਉਹਨੇ ਪਹੁੰਚਣਾ ਹੈ ਤੇ ਨਗਰ ਕੀਰਤਨ ਜਿਹੜਾ ਪਾਕਿਸਤਾਨ ਵੇਖ ਜਾਣਾ, ਤੁਸੀਂ ਵੀ ਉਹਦੇ ਵਿੱਚ ਸ਼ਾਮਲ ਜਿਹੜਾ ਹੋ ਰਹੇ ਹੋ ਪਰਸੋਂ। ਤੇ ਇਸ ਨਗਰ ਕੀਰਤਨ ਦੇ ਸੰਬੰਧ 'ਚ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਨਗਰ ਕੀਰਤਨ ਦੀ ਰੂਪ ਰੇਖਾ ਬਣਾਉਣੀ ਚਾਹੀਦੀ ਹੈ। ਸਾਡਾ ਏਜੰਡਾ ਕੀ ਹੈ? ਸਾਡੀ ਜਵਾਨੀ ਤੇ ਪਤਿਤ ਹੋ ਰਹੀ ਹੈ, ਸਾਡੀ ਜਵਾਨੀ ਤੇ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੀ ਹੈ, ਅਸੀਂ ਤੇ ਬਰਬਾਦ ਹੋ ਰਹੇ ਹਾਂ। ਤਾਂ ਨਗਰ ਕੀਰਤਨ ਦਾ ਫਾਇਦਾ ਸਿਰਫ ਇਹੋ ਹੀ ਵੀ ਗੁੱਲ ਇਕੱਠੀ ਕਰਨੀ ਹੈ। ਫਿਰ ਵੀ ਜਿਹੜਾ ਅੰਤਰਰਾਸ਼ਟਰੀ ਨਗਰ ਕੀਰਤਨ ਜਿਹੜਾ 1 ਅਗਸਤ ਨੂੰ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਚੱਲਿਆ ਸੀਗਾ, ਉਹ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਹੁੰਦਾ ਹੋਇਆ ਅੱਜ ਮੇਰੇ ਖਿਆਲ ਸ਼ਾਇਦ ਮੋਗੇ ਲੱਗ ਗਿਆ। ਉਹਨੇ ਕੱਲ੍ਹ ਕੇ ਪਰਸੋਂ ਇੱਥੇ ਆ ਜਾਣਾ ਵਾ। ਤੇ ਅਸੀਂ ਇੰਨੀ ਗੱਲ ਕਹਾਂਗੇ ਵੀ ਇਹਨੂੰ ਸਗੋਂ ਹੋਰ ਘੁਮਾਇਆ ਜਾਵੇ ਪੰਜਾਬ ਦੇ ਵਿੱਚ। ਨਨਕਾਣਾ ਸਾਹਿਬ ਤੋਂ ਜੇ ਇਹ ਨਗਰ ਕੀਰਤਨ ਸ਼ੁਰੂ ਹੋਇਆ ਸੀ ਤੇ ਇਹਨੂੰ ਕਰਤਾਰਪੁਰ ਖਤਮ ਕੀਤਾ ਜਾਵੇ, ਇਹਦੀ ਹੋਰ ਵਿਸ਼ੇਸ਼ਤਾ ਬਣ ਜਾਏਗੀ। ਦੂਸਰੀ ਚੀਜ਼, ਅਗਲਾ ਜਿਹੜਾ ਨਗਰ ਕੀਰਤਨ, ਦੂਸਰੀ ਗੱਲ ਕੀਤੀ ਜਿਹੜਾ ਨਨਕਾਣਾ ਸਾਹਿਬ ਦਿੱਲੀ ਤੋਂ ਨਨਕਾਣਾ ਸਾਹਿਬ ਜਾ ਰਿਹਾ, ਇਹ ਨਗਰ ਕੀਰਤਨ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਲਿਜਾਇਆ ਜਾ ਰਿਹਾ ਵਾ। ਉਹਨਾਂ ਨੇ 2005 ਦੇ ਵਿੱਚ ਵੀ ਨਗਰ ਕੀਰਤਨ ਲੈ ਕੇ ਗਏ ਸੀਗੇ, ਜਦੋਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜਿਹੜੀ ਬਾਬੇ ਨਾਨਕ ਦੇ ਉੱਤੇ ਸਿੱਖ ਸਿਧਾਂਤਾਂ ਦੇ ਉੱਤੇ ਮਰਿਆਦਾ ਤੇ ਪਹਿਰਾ ਦੇਣ ਵਾਲੀ ਸੰਸਥਾ ਵਾ ਸ਼੍ਰੋਮਣੀ ਕਮੇਟੀ, ਇਹਨੇ ਉਸ ਟਾਈਮ ਤੇ ਉਸ ਨਗਰ ਕੀਰਤਨ ਦਾ ਬਾਈਕਾਟ ਕੀਤਾ ਸੀ, ਲੋਕਾਂ ਨੇ ਤੋਏ ਤੇ ਕੀਤੀ ਸੀ। ਤੇ ਬੀਬੀ ਜਿਗਰ ਕੋ ਪ੍ਰਧਾਨ ਸੀ ਉਸ ਟਾਈਮ ਦੇ ਉੱਤੇ, ਜਹੇਦਾਰ ਵੀ ਸ਼ਾਮਲ ਨਹੀਂ ਸੀ ਹੋਏ। ਲੇਕਿਨ ਪਰ ਖੁਸ਼ੀ ਦੀ ਗੱਲ ਆ, ਜਹੇਦਾਰ ਅਕਾਲ ਤਖਤ ਨੇ ਖੁਦ ਜਾ ਕੇ ਦਿੱਲੀ ਤੋਂ ਜਿਹੜਾ ਵਾ ਨਗਰ ਕੀਰਤਨ ਰਵਾਨਾ ਕੀਤਾ। ਰਵਾਨਾ ਕਰਨ ਤੋਂ ਬਾਅਦ ਬਾਦਲ ਦਲ ਦਾ ਕੋਈ ਸ਼ਾਮਲ ਨਹੀਂ, ਬਾਕੀ ਸਾਰੀਆਂ ਪਾਰਟੀਆਂ ਦੇ ਜਿਹੜੇ ਸੀ ਲੋਕ ਸ਼ਾਮਲ ਹੋਏ ਨੇ। ਉਹਦੇ ਵਿੱਚ ਕੇਜਰੀਵਾਲ ਸਾਹਿਬ ਜਿਹੜੇ ਮੁੱਖ ਮੰਤਰੀ ਦਿੱਲੀ ਦੇ ਉਹ ਸ਼ਾਮਲ ਹੋਏ ਨੇ। ਉੱਥੇ ਸੈਂਟਰ ਸਰਕਾਰ ਵੱਲੋਂ ਕੋਈ ਨੁਮਾਇੰਦਾ ਨਹੀਂ ਆਇਆ, ਅਕਾਲੀ ਦਲ ਵੱਲੋਂ ਕੋਈ ਨਹੀਂ ਆਇਆ। ਚਲੋ ਨਾ ਉਹ ਕੋਈ ਗੱਲ ਨਹੀਂ, ਲੇਕਿਨ ਇਹ ਨਗਰ ਕੀਰਤਨ ਜਿਹੜਾ ਸੀ ਕੱਲ੍ਹ ਲੁਧਿਆਣਾ ਠਹਿਰਿਆ ਸੀ, ਅੱਜ ਇਹ ਰਵਾਨਾ ਹੋ ਚੁੱਕਾ ਸੁਲਤਾਨਪੁਰ ਲੋਧੀ ਲਈ। ਸੁਲਤਾਨਪੁਰ ਲੋਧੀ ਰਾਤ ਦਾ ਵਿਸ਼ਰਾਮ ਕਰੇਗਾ, ਕੱਲ੍ਹ ਨੂੰ ਉੱਥੋਂ ਚੱਲ ਕੇ ਅੰਮ੍ਰਿਤਸਰ ਆਏਗਾ। ਅੰਮ੍ਰਿਤਸਰ ਆਏਗਾ ਤੇ 31 ਤਰੀਕ ਨੂੰ ਮਤਲਬ ਪਰਸੋਂ ਸਵੇਰੇ ਇੱਥੇ ਅਕਾਲ ਤਖਤ ਤੇ ਅਰਦਾਸ ਕਰਕੇ ਚੜ੍ਹਦੀ ਕਲਾ ਦੀ ਤੇ ਇਹ ਨਗਰ ਕੀਰਤਨ ਮੁੜ ਕੇ ਵਾਹਗਾ ਸਰਹੱਦ ਜਿਹੜੀ ਪਾਕਿਸਤਾਨ ਦਾਖਲ ਹੋਏਗਾ। ਹਾਲੇ ਤੱਕ ਇਹ ਆਸ ਕੀਤੀ ਜਾਂਦੀ ਵੀ ਇਸ ਨਗਰ ਕੀਰਤਨ ਨੂੰ ਜਿਹੜੀ ਆ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਜੇ ਕੇਂਦਰ ਸਰਕਾਰ ਨੇ ਕੋਈ ਪੰਗਾ ਲੈ ਲਿਆ ਇਹਦੇ ਬਾਬਤ ਨਗਰ ਕੀਰਤਨ ਦੇ ਉੱਤੇ, ਇਹ ਮੈਂ ਦੱਸ ਦਿਆਂ ਜਿਹੜੇ ਦਿੱਲੀ ਦੇ ਸਿੱਖ ਬੇਸ਼ੱਕ ਪਾਰਟੀਆਂ 'ਚ ਵੰਡੇ ਹੋਣ, ਕੋਈ ਭਾਵੇਂ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਵਾ, ਕੋਈ ਭਾਵੇਂ ਬੀਜੇਪੀ ਨਾਲ, ਕੋਈ ਕਾਂਗਰਸ ਨਾਲ ਵਾ, ਲੇਕਿਨ ਜੇ ਨਗਰ ਕੀਰਤਨ ਤੇ ਕਿਸੇ ਕਿਸਮ ਦੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਤੇ ਸਾਰੇ ਸਿੱਖ ਇਸ ਗੱਲ ਤੇ ਇਕੱਠੇ ਹੋਣਗੇ, ਸਾਡੇ ਇੱਕ ਹੋ ਕੇ ਗੱਲ ਕਰਨਗੇ ਉੱਥੇ। ਫਿਰ ਸਰਕਾਰ ਨੂੰ ਭੁਗਤਣੇ ਪੈਣਗੇ ਨਤੀਜੇ ਉਹਦੇ, ਕਿਉਂਕਿ ਜੇ ਤੁਹਾਨੂੰ ਲਿਖ ਕੇ ਦਿੱਤਾ ਪ੍ਰਬੰਧ ਤੁਸੀਂ ਕਰਨੇ ਆ, ਤੁਸੀਂ ਕਰੋ। ਬਾਕੀ ਪਾਕਿਸਤਾਨ ਸਰਕਾਰ ਨੇ 1 ਸਾਲ ਪਹਿਲਾਂ ਪਰਮਜੀਤ ਸਿੰਘ ਸਰਨੇ ਨੂੰ ਲਿਖਤੀ ਤੌਰ ਤੇ ਦਿੱਤਾ ਸੀ ਨਗਰ ਕੀਰਤਨ ਲਿਆ ਸਕਦੇ ਹੋ। ਉਸ ਤੋਂ ਬਾਅਦ 2 ਚਿੱਠੀਆਂ ਫਿਰ ਜਾਰੀ ਕੀਤੀਆਂ। ਇਮਰਾਨ ਸਰਕਾਰ ਬਣੀ, ਉਹਨਾਂ ਅਪ੍ਰੈਲ 'ਚ ਫਿਰ ਚਿੱਠੀ ਜਾਰੀ ਕੀਤੀ ਵੀ ਤੁਸੀਂ ਨਗਰ ਕੀਰਤਨ ਲਿਆ ਰਹੇ ਹੋ। ਉਹਨਾਂ ਦੇ ਕਰੀਬ ਮੇਰੇ ਖਿਆਲ 12.5 1400 ਵੀਜ਼ਾ ਵੀ ਲੱਗ ਚੁੱਕਾ ਜਿਹੜੇ ਨਾਲ ਲੋਕ ਜਾ ਰਹੇ ਨੇ।
ਜੇ ਉਹ ਨਗਰ ਕੀਰਤਨ ਜੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮਾੜੀ ਗੱਲ ਹੋਏਗੀ। ਲੇਕਿਨ ਇਹ ਨਗਰ ਕੀਰਤਨ ਜਿਹੜਾ ਵਾ 31 ਤਰੀਕ ਨੂੰ ਵਾਹਗਾ ਸਰਹੱਦਾਂ ਜਿਹੜਾ ਸੀ ਕ੍ਰਾਸ ਕਰੇਗਾ, ਉੱਥੋਂ ਸਿੱਧਾ ਨਨਕਾਣਾ ਸਾਹਿਬ ਜਾਏਗਾ। ਨਨਕਾਣਾ ਸਾਹਿਬ ਜਾਣ ਤੋਂ ਦਰਬਾਰ ਸੱਜੇਗਾ, ਉੱਥੇ ਦੀਵਾਨ ਸੱਜੇਗਾ। ਦੀਵਾਨ ਸੱਜਣ ਤੋਂ ਬਾਅਦ ਮੇਰਾ ਜੋ ਖਿਆਲ ਆ ਇਹ 1 ਤਰੀਕ ਨੂੰ ਜਾਣਗੇ ਉੱਥੇ ਆਪਣੇ ਪਹਿਲੀ ਜਾਂ 2 ਨੂੰ ਪੰਜਾ ਸਾਹਿਬ ਤੋਂ ਸਿੱਧੇ ਫਿਰ ਲਾਹੌਰ ਹੋਣਗੇ ਅਗਲੇ ਦਿਨ। ਲਾਹੌਰ ਤੋਂ ਮੁੜ ਕੇ ਇਹ 4 ਤਰੀਕ ਨੂੰ ਨਗਰ ਕੀਰਤਨ ਜਿਹੜਾ ਵਾ ਇਹ ਜਾਏਗਾ ਕਰਤਾਰਪੁਰ ਸਾਹਿਬ। ਕਰਤਾਰਪੁਰ ਸਾਹਿਬ ਜਿਹੜੀ ਪਾਲਕੀ ਲੈ ਕੇ ਜਾ ਰਹੇ ਨੇ ਉਹ ਉੱਥੇ ਸੁਸ਼ੋਭਿਤ ਕੀਤੀ ਜਾਏਗੀ। ਉਹ ਪਾਲਕੀ ਸੁਸ਼ੋਭਿਤ ਕਰਨ ਤੋਂ ਬਾਅਦ ਜਿਹੜੀ ਉੱਥੇ ਅਰਦਾਸ ਕਰਕੇ 6 ਤਰੀਕ ਨੂੰ ਇਹ ਨਗਰ ਕੀਰਤਨ ਜਿਹੜੀ ਸੰਗਤ ਗਈ ਉਹ 6 ਤਰੀਕ ਨੂੰ ਵਾਪਸ ਆ ਜਾਏਗੀ। ਸੋ ਬਿਲਕੁਲ ਪੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਖਾਸ ਤੌਰ ਤੇ ਅੱਜ ਦੀ ਸਾਰੀ ਗੱਲਬਾਤ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਜਿਹੜੀ ਆ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਉੱਤੇ ਤੇ ਉਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਵੱਡੇ ਸਮਾਗਮਾਂ ਤੇ ਜਿਹੜਾ ਦਿੱਲੀ ਤੋਂ ਚੱਲਿਆ ਹੋਇਆ ਨਗਰ ਕੀਰਤਨ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਜਾ ਕੇ ਸੰਪੰਨ ਹੋਣਾ ਆ ਉਸ ਦੇ ਉੱਤੇ ਆਧਾਰਿਤ ਸੀਗੀ। ਸੋ ਪੱਟੀ ਸਾਹਿਬ ਦਾ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਹਾਡੇ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।